सत श्री अकाल जी। प्रवासी टीवी देखने वाले सारे ही दर्शकों का बहुत बहुत स्वागत। साडे अज प्रवासी स्टूडियो दे विच बहुत ही महान शख्सियत पहुंचे हुए ने डॉक्टर जगजीत सिंह धूरी। उन्होंने नाल पहला भी असीं मुलाकात कर चुके हैं। प्रवासी दे स्टूडियो दे विच आए सी पंजाबी भाषा नूं लैके उन्हां दे विच जिहड़ी क्यूरियोसिटी देखण नूं मिली हैगी आ उन्हां वल्लों ओह गलबात कीती गई सी। उत्थे पहला इंडिया बारे गलबात कीती गई सी कि पंजाबी भाषा जिहड़ी है अलोप हुंदी जा रही है, कुछ इलाकिਆਂ दे विच उन्हां नूं किवें प्रचार करना है। ओह आप भी बहुत वड्डे जिहड़े उगे जिहड़े सिक्ख्या शास्त्री रहे ने, ਜਿਹੜੇ ਉੱਥੇ ਪ੍ਰਾਈਵੇਟ ਕਾਲਜਸ ਹੈਗੇ ਨੇ, ਸਕੂਲਸ ਹੈਗੇ ਨੇ, ਉਹਨਾਂ ਦੇ ਉਹ ਪ੍ਰਧਾਨ ਵੀ ਰਹਿ ਚੁੱਕੇ ਨੇ। ਸਭ ਤੋਂ ਪਹਿਲਾਂ ਬਿਕੋਜ਼ ਉਹਨਾਂ ਨੇ ਪਹਿਲਾਂ ਵੀ ਆਪਣੀ ਇੰਟਰੋਡਕਸ਼ਨ ਜਿਹੜੀ ਹੈਗੀ ਉਹ ਦਿੱਤੀ ਹੋਈ ਆ। ਮੈਂ ਚਾਹਾਂਗੀ ਕਿ ਉਹ ਸਾਡੇ ਪ੍ਰਵਾਸੀ ਦੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਆਪਣੀ ਇੰਟਰੋਡਕਸ਼ਨ ਦੇਣ, ਕਿਉਂਕਿ ਕਈ ਵਾਰ ਸਾਡੇ ਤੋਂ ਖਾਮੀਆਂ ਰਹਿ ਜਾਂਦੀਆਂ, ਅਸੀਂ ਕੁਝ ਦੱਸ ਨਹੀਂ ਪਾਉਂਦੇ ਉਹਨਾਂ ਦੀ ਪਰਸਨੈਲਿਟੀ ਬਾਰੇ। ਤਾਂ ਮੈਂ ਚਾਹੁੰਦੀ ਹਾਂ ਕਿ ਉਹ ਜ਼ਰੂਰ ਆਪਣੇ ਬਾਰੇ ਦੱਸਣ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਤੇ ਮੈਂ ਡਾਕਟਰ ਜਗਜੀਤ ਸਿੰਘ ਧੂਰੀ, ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨ ਪੰਜਾਬ। ਮੈਨੂੰ ਮੌਕਾ ਮਿਲਿਆ ਵੀ ਮੈਂ ਪੰਜਾਬ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰ ਰਿਹਾ। ਇਸ ਦੇ ਨਾਲ ਹੀ ਮੈਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਵੀ ਮੈਂ ਪੰਜਾਬੀ ਭਾਸ਼ਾ ਦੇ ਉੱਤੇ ਟੈਕਸਟ ਬੁੱਕਸ ਦੇ ਰੂਪ ਵਿੱਚ ਕੰਮ ਕਰ ਰਿਹਾ ਅਤੇ ਪਿਛਲੇ 1.5-2 ਸਾਲ ਤੋਂ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਪੰਜਾਬੀ ਦੇ ਅਮੀਰ ਵਿਰਸੇ ਨੂੰ ਬਚਾਇਆ ਜਾ ਸਕੇ। ਪਿਛਲੇ ਇੰਟਰਵਿਊ ਦੇ ਵਿੱਚ ਜਗਜੀਤ ਸਿੰਘ ਜੀ ਆਪਾਂ ਗੱਲ ਕੀਤੀ ਸੀ ਕਿ ਪੰਜਾਬੀ ਭਾਸ਼ਾ ਦਾ ਭਾਰਤ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਕੀ ਭਵਿੱਖ ਹੈ। ਸਾਡਾ ਅੱਜ ਦਾ ਮੇਨ ਜਿਹੜਾ ਟੌਪਿਕ ਹੈਗਾ ਕਿ ਕੈਨੇਡਾ ਦੇ ਵਿੱਚ ਪੰਜਾਬੀ ਭਾਸ਼ਾ ਦਾ ਕੀ ਭਵਿੱਖ ਹੈ, ਉਹਦੇ ਬਾਰੇ ਦੱਸੋ। ਜੀ ਦੇਖੋ, ਜਿਵੇਂ ਪੰਜਾਬੀ ਨੇ ਉਹ ਆਪਦੇ ਭਵਿੱਖ ਨੂੰ ਤਲਾਸ਼ਣ ਵਾਸਤੇ, ਬਿਹਤਰ ਭਵਿੱਖ ਨੂੰ ਤਲਾਸ਼ਣ ਵਾਸਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਗਏ ਨੇ। ਜਦੋਂ ਦੁਨੀਆ ਦੇ ਕੋਨੇ-ਕੋਨੇ ਵਿੱਚ ਗਏ ਨੇ ਤਾਂ ਉਹ ਆਪਣਾ ਅਮੀਰ ਵਿਰਸਾ ਵੀ ਨਾਲ ਲੈ ਕੇ ਗਏ ਨੇ ਅਤੇ ਆਪਣੀ ਭਾਸ਼ਾ ਨੂੰ ਵੀ ਨਾਲ ਲੈ ਕੇ ਗਏ ਨੇ। ਅਤੇ ਸਭ ਤੋਂ ਵੱਡੀ ਪਹਿਲਾਂ ਤਾਂ ਖੁਸ਼ੀ ਦੀ ਗੱਲ ਇਹ ਹੈ ਵੀ ਜਿਹੜੇ ਕੈਨੇਡਾ ਵਿੱਚ ਵਸਦੇ ਪੰਜਾਬੀ ਨੇ, ਇਹਨਾਂ ਨੂੰ ਆਪਣੀ ਭਾਸ਼ਾ ਨਾਲ ਬਹੁਤ ਪਿਆਰ ਹੈ ਅਤੇ ਇਹਨਾਂ ਨੂੰ ਆਪਦੇ ਵਿਰਸੇ ਨਾਲ, ਇਹਨਾਂ ਨੂੰ ਆਪਣੇ ਪੰਜਾਬ ਨਾਲ, ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਅਗਰ ਆਪਾਂ ਸੋਚੀਏ ਵੀ ਕੈਨੇਡਾ ਦੇ ਵਿੱਚ ਪੰਜਾਬੀ ਬਹੁਤ ਵੱਡੀ ਗਿਣਤੀ ਵਿੱਚ ਆ ਰਹੇ ਨੇ ਅਤੇ ਹੋਰ ਵੀ ਜ਼ਿਆਦਾ ਜਿਵੇਂ ਇੰਟਰਨੈਸ਼ਨਲ ਸਟੂਡੈਂਟਸ ਦੇ ਰੂਪ ਵਿੱਚ ਆ ਰਹੇ ਨੇ, ਤਾਂ ਹੁਣ ਆ ਸੋਚਣਾ ਇਹ ਹੈ ਵੀ ਇਸ ਦੇਸ਼ ਦੇ ਵਿੱਚ ਇੰਗਲਿਸ਼ ਲੈਂਗੁਏਜ ਦੇ ਨਾਲ ਨਾਲ ਪੰਜਾਬੀ ਭਾਸ਼ਾ ਦਾ ਅੱਗੇ ਕੀ ਫਿਊਚਰ ਹੈ, ਇਸ ਨੂੰ ਕਿਵੇਂ ਪੜ੍ਹਿਆ ਜਾਣਾ ਚਾਹੀਦਾ ਅਤੇ ਇਸ ਦੇ ਕੀ ਫਾਇਦੇ ਨੇ। ਤਾਂ ਮੈਂ ਪਹਿਲਾਂ ਤਾਂ ਮੁੱਢਲੇ ਰੂਪ 'ਚ ਤੁਹਾਨੂੰ ਦੱਸਣਾ ਚਾਹੂੰਗਾ, ਜਿਵੇਂ ਇੱਕ ਇੱਥੇ ਲੈਂਗੁਏਜ ਤੁਹਾਡੀ ਫਰੈਂਚ ਲੈਂਗੁਏਜ ਆ, ਉਸ ਲੈਂਗੁਏਜ ਨੂੰ ਇੱਕ ਸੈਕੰਡਰੀ ਲੈਂਗੁਏਜ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਵੀ ਉਹਦੇ ਨਾਲ ਅਗਰ ਬੱਚਾ ਇੰਗਲਿਸ਼ ਦੇ ਨਾਲ ਨਾਲ ਉਹ ਫਰੈਂਚ ਲੈਂਗੁਏਜ ਸਿੱਖਦਾ ਤਾਂ ਉਸ ਦੇ ਜਿਹੜੇ ਬਿਜ਼ਨਸ ਓਪਰਚੁਨਿਟੀਜ਼ ਨੇ, ਜਿਹੜੀਆਂ ਉਸਦੇ ਜੋਬ ਓਪਰਚੁਨਿਟੀਜ਼ ਵੱਧ ਜਾਂਦੀਆਂ ਨੇ। ਪਰੰਤੂ ਜਿਹੜਾ ਮੈਂ ਦੇਖ ਰਿਹਾ ਪੰਜਾਬੀ ਭਾਸ਼ਾ ਦਾ ਭਵਿੱਖ ਕੈਨੇਡਾ ਦੇ ਵਿੱਚ, ਉਸ ਤੋਂ ਵੀ ਬਿਹਤਰ ਦੇਖ ਰਿਹਾ। ਉਹਦਾ ਰੀਜ਼ਨ ਇਹ ਹੈ ਵੀ ਜਦੋਂ ਤੁਸੀਂ ਅੱਜ ਦੀ ਡੇਟ ਦੇ ਵਿੱਚ ਖਾਸ ਤੌਰ 'ਤੇ ਕੁਛ ਜਿਵੇਂ ਵੈਨਕੂਵਰ ਏਰੀਆ, ਸਰੀ ਏਰੀਆ, ਬਰੈਂਪਟਨ ਏਰੀਆ, ਇਹਦੇ ਵਿੱਚ ਤਾਂ ਮੈਜੋਰਿਟੀ ਆਫ ਪੰਜਾਬੀਜ਼ ਹੋ ਚੁੱਕੀ ਹੈ। ਤਾਂ ਜਿਹੜੇ ਬਿਜ਼ਨਸ ਨੇ ਉਹ ਡਿਮਾਂਡ ਕਰਦੇ ਨੇ ਵੀ ਜਦੋਂ ਕੋਈ ਉੱਥੇ ਤੁਹਾਡਾ ਕਸਟਮਰ ਆਵੇ ਤਾਂ ਉਸ ਨੂੰ ਕਮਿਊਨੀਕੇਸ਼ਨ ਕੰਫਰਟੇਬਲ ਹੋਵੇ। ਇਸ ਲਈ ਇਹ ਹੁਣ ਡਿਮਾਂਡ ਆਉਣੀ ਸ਼ੁਰੂ ਵੀ ਹੋ ਗਈ ਹੈ ਮੇਰੇ ਖਿਆਲ ਦੇ ਵਿੱਚ, ਅਤੇ ਭਵਿੱਖ ਵਿੱਚ ਹੋਰ ਵਧੂਗੀ ਵੀ ਜਿਹੜੀ ਪੰਜਾਬੀ ਹੈ ਉਹ ਇੱਥੋਂ ਦੀ ਇੱਕ ਵੱਡੀ ਭਾਸ਼ਾ ਬਣ ਕੇ ਉੱਭਰੂਗੀ। ਸੋ ਇਸ ਲਈ ਮੈਂ ਇੱਥੇ ਪੰਜਾਬੀਆਂ ਦਾ ਅਤੇ ਪੰਜਾਬੀ ਭਾਸ਼ਾ ਦਾ ਜਿਹੜਾ ਭਵਿੱਖ ਆ ਉਹ ਵਧੀਆ ਮੰਨਦਾ ਵੀ ਆਉਣ ਵਾਲਾ ਭਵਿੱਖ ਇਹਨਾਂ ਦਾ ਵਧੀਆ। ਜਗਜੀਤ ਜੀ, ਇੱਕ ਹੋਰ ਕੁਐਸਚਨ ਹੈਗਾ ਜੀ, ਪੰਜਾਬ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਪੰਜਾਬੀ ਹੈਗੇ ਆ ਉਹ ਕੈਨੇਡਾ ਦੇ ਵਿੱਚ ਆ ਰਹੇ ਨੇ, ਇੱਥੇ ਆਪਣਾ ਦੂਸਰਾ ਘਰ ਬਣਾ ਰਹੇ ਨੇ। ਤੁਸੀਂ ਕੀ ਸੋਚਦੇ ਹੋ ਕਿ ਇਸ ਦੇ ਨਾਲ ਪੰਜਾਬੀ ਭਾਸ਼ਾ ਦਾ ਪ੍ਰਸਾਰ ਹੋਵੇਗਾ ਜੇਕਰ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ, ਆਪਣੇ ਪੂਰੇ ਪਰਿਵਾਰ ਨੂੰ ਇੱਥੇ ਸੱਦਦੇ ਆ ਤੇ ਇੱਥੇ ਆ ਕੇ ਪੰਜਾਬੀ ਭਾਸ਼ਾ ਦਾ ਪ੍ਰਸਾਰ ਕਿੰਨਾ ਕੁ ਹੋਵੇਗਾ? ਦੇਖੋ, ਦੋ ਪਹਿਲੂ ਨੇ ਇਸ ਦੇ। ਇੱਕ ਪਹਿਲੂ ਬੜਾ ਖਤਰਨਾਕ ਆ, ਇੱਕ ਪਹਿਲੂ ਜਿਹੜਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਬੜਾ ਵਧੀਆ ਪਹਿਲੂ ਆ। ਅਗਰ ਤਾਂ ਪੰਜਾਬੀ ਆਪਦੀ ਭਾਸ਼ਾ ਨੂੰ ਇੱਥੇ ਫ਼ਖਰ ਨਾਲ ਅਡੋਪਟ ਕਰਦੇ ਨੇ, ਆਪਦੇ ਘਰਾਂ ਦੇ ਵਿੱਚ ਪੰਜਾਬੀ ਵਿੱਚ ਗੱਲਬਾਤ ਕਰਦੇ ਨੇ, ਅਗਰ ਉਹ ਆਪਦੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਲੈਂਗੁਏਜ ਦਿਵਾਉਂਦੇ ਨੇ, ਕਿਉਂਕਿ ਇਕੱਲਾ ਬੋਲਣ ਨਾਲ ਨਹੀਂ ਬਚਣੀ ਭਾਸ਼ਾ ਇਹ। ਜਿਹੜੇ ਹੁਣ ਇੱਥੇ ਪਿਛਲੇ ਲੋਕ ਆਏ ਹੋਏ ਨੇ, ਉਹਨਾਂ ਦੇ ਬੱਚਿਆਂ ਨੇ ਇੱਥੇ ਜਨਮ ਲਿਆ, ਉਹ ਪੰਜਾਬੀ ਭਾਸ਼ਾ ਬੋਲ ਲੈਂਦੇ ਨੇ ਪਰ ਉਹ ਪੜ੍ਹ ਨਹੀਂ ਸਕਦੇ ਅਤੇ ਲਿਖ ਨਹੀਂ ਸਕਦੇ। ਜਿਹੜੇ ਉਸ ਤੋਂ ਅਗਲੀ ਜਨਰੇਸ਼ਨ ਹੋਊਗੀ ਉਹਨਾਂ ਨੇ ਨਾ ਬੋਲ ਸਕਣਾ, ਨਾ ਪੜ੍ਹ ਸਕਣਾ ਅਤੇ ਲਿਖ ਸਕਣਾ। ਇਸ ਲਈ ਜਿਹੜਾ ਸਾਡਾ ਮਕਸਦ ਸੀਗਾ ਪੰਜਾਬੀ ਭਾਸ਼ਾ ਦਾ ਬਚਾਉਣ ਦਾ, ਉਹ ਬਚਾਉਣ ਦੀ ਬਜਾਏ ਅਲੋਪ ਹੋ ਜੂਗੀ। ਇਹ ਸਾਡੇ ਲਈ ਇੱਕ ਬਹੁਤ ਵੱਡਾ ਖਤਰਾ। ਇਸ ਲਈ ਜਿਹੜਾ ਹੈਗਾ, ਅਗਰ ਤਾਂ ਆਪਾਂ ਦੇਖੀਏ ਇਸ ਤਰ੍ਹਾਂ ਵੀ ਜਿਹੜੇ ਪੰਜਾਬੀ ਨੇ ਇਹਦਾ ਪ੍ਰਸਾਰ ਹੋ ਰਿਹਾ, ਇੱਕ ਵਾਰ ਆ ਕੇ ਤਾਂ ਪ੍ਰਸਾਰ ਹੋ ਰਿਹਾ। ਇੱਕ ਵਾਰ ਜਦੋਂ ਇੱਥੇ ਬਹੁਤ ਗਿਣਤੀ ਵਿੱਚ ਪੰਜਾਬੀ ਆਏ, ਜਿਹੜੇ ਉੱਧਰ ਜੰਮੇ, ਉੱਧਰ ਪਲੇ, ਪੰਜਾਬੀ ਭਾਸ਼ਾ 'ਚ ਬੋਲਦੇ ਸੀਗੇ, ਉਹ ਇੱਧਰ ਆਏ, ਉਹਦੇ ਨਾਲ ਤਾਂ ਇੱਕਦਮ ਪ੍ਰਸਾਰ ਹੋਇਆ, ਪੰਜਾਬੀ ਹੋਈ ਹੈ। ਪਰੰਤੂ ਅਗਲੀ ਜਨਰੇਸ਼ਨ ਅਤੇ ਉਸ ਤੋਂ ਅਗਲੀ ਜਨਰੇਸ਼ਨ 'ਚ ਕੀ ਹੋਊਗਾ ਇਹ ਸੋਚਣਾ ਪਊਗਾ। ਹੁਣ ਅਗਰ ਦੂਜਾ ਪਹਿਲੂ ਇਹਦਾ ਕੀ ਹੈ, ਅਗਰ ਇੱਥੋਂ ਦੇ ਪੰਜਾਬੀ ਠਾਣ ਲੈਣ ਇਹ ਗੱਲ ਵੀ ਅਸੀਂ ਆਪਦੇ ਬੱਚਿਆਂ ਨਾਲ ਪੰਜਾਬੀ ਭਾਸ਼ਾ 'ਚ ਗੱਲ ਕਰਨੀ ਹੈ, ਨੰਬਰ 1,
ਨੰਬਰ 2 ਉਹਨਾਂ ਨੂੰ ਸਕੂਲਾਂ ਵਿੱਚ ਪੰਜਾਬੀ ਵਿਸ਼ਾ ਦਿਵਾਉਣਾ, ਉਹਨਾਂ ਨੂੰ ਪੰਜਾਬੀ ਪੜ੍ਹਨਾ ਤੇ ਲਿਖਣਾ ਵੀ ਸਿਖਾਉਣਾ। ਜਦੋਂ ਤੁਸੀਂ ਇੱਥੇ ਬੈਂਕਾਂ 'ਚ ਹੋਰਾਂ ਥਾਂ 'ਤੇ ਜਾਂਦੇ ਹੋ ਤਾਂ ਆਪਦੀ ਚੁਆਇਸ ਜਦੋਂ ਤੁਸੀਂ ਦੇਖੋ, ਇਹ ਇੱਕ ਡਾਟਾ ਇਕੱਠਾ ਹੁੰਦਾ ਜਦੋਂ ਲੋਕ ਪੰਜਾਬੀ ਭਾਸ਼ਾ ਬੈਂਕ ਜਾਓਗੇ, ਤੁਸੀਂ ਪੰਜਾਬੀ ਭਾਸ਼ਾ ਚੁਣੋਗੇ, ਹੋਰ ਕੰਮ ਕਰੋਗੇ, ਉਹ ਫਿਰ ਸਾਰਾ ਡਾਟਾ ਸਰਕਾਰ ਕੋਲ ਜਾਊਗਾ, ਉਹੋ ਜਿਹੇ ਡਿਮਾਂਡਸ ਬਣਨਗੀਆਂ, ਉਹੋ ਜਿਹੇ ਤੁਹਾਡੇ ਰਾਸਤੇ ਖੁੱਲ੍ਹਣਗੇ। ਤਾਂ ਉਸ ਨੂੰ ਦੇਖ ਕੇ ਤਾਂ ਮੈਂ ਸੋਚਦਾ ਵੀ ਪੰਜਾਬੀਆਂ ਦੇ ਹੱਥ 'ਚ ਬਹੁਤ ਕੁਛ ਹੈ ਜੀ। ਜਿਵੇਂ ਤੁਸੀਂ ਹੁਣੇ ਕਿਹਾ ਹੈ ਕਿ ਮਾਪਿਆਂ ਨੂੰ ਘਰ ਦੇ ਵਿੱਚ ਪੰਜਾਬੀ ਜ਼ਰੂਰ ਬੋਲਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਬੱਚੇ ਵੀ ਅੱਗੇ ਜਾ ਕੇ ਪੰਜਾਬੀ ਬੋਲਣ ਤੇ ਅਗਾਂਹ ਉਹਨਾਂ ਦੀ ਜਨਰੇਸ਼ਨ ਵੀ ਪੰਜਾਬੀ ਬੋਲੇ, ਤਾਂ ਹੀ ਆਪਣੀ ਮਾਂ ਬੋਲੀ ਨੂੰ ਬਚਾਇਆ ਸਕਦਾ। ਤੁਸੀਂ ਜਿਵੇਂ ਦੱਸਿਆ, ਮੈਨੂੰ ਇੱਥੇ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਦੀ ਹਾਂ, ਆਪਣੇ ਐਨਡੀਪੀ ਲੀਡਰ ਹੈਗੇ ਜੀ, ਆਪਣੇ ਜਿਹੜੇ ਜਗਮੀਤ ਸਿੰਘ ਜੀ ਹੈਗੇ ਆ, ਉਹ ਵੀ ਇੱਥੇ ਪ੍ਰਵਾਸੀ ਟੀਵੀ ਦੇ ਵਿੱਚ ਆਏ ਸੀਗੇ ਤੇ ਉਹਨਾਂ ਵੱਲੋਂ ਮਤਲਬ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਉਹ ਪੰਜਾਬੀ ਦੇ ਵਿੱਚ ਬੋਲ ਰਹੇ ਸੀਗੇ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਪੰਜਾਬੀ ਦੇ ਵਿੱਚ ਨਾ ਕੁਝ ਇੰਗਲਿਸ਼ ਐਕਸੈਂਟ ਜਾਪਦਾ ਆ। ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸਾਡੇ ਜਿਹੜੇ ਮਾਂ-ਬਾਪ ਸੀਗੇ ਨਾ, ਉਹਨਾਂ ਨੇ ਸਾਨੂੰ ਪੰਜਾਬੀ ਸਿਖਾਣੀ ਸਮਝੀ ਨਹੀਂ। ਮਤਲਬ ਵੀ ਉਹ ਕਹਿੰਦੇ ਵੀ ਇਹ ਇੰਪੋਰਟੈਂਟ ਨਹੀਂ ਹੈਗੀ, ਜ਼ਰੂਰੀ ਨਹੀਂ ਹੈਗੀ ਪੰਜਾਬੀ, ਘਰ ਦੇ ਵਿੱਚ ਵੀ ਸਾਡੇ ਜਿਹੜੀ ਸੀ ਇੰਗਲਿਸ਼ ਬੋਲੀ ਜਾਂਦੀ ਸੀ, ਇਸ ਕਰਕੇ ਸਾਨੂੰ ਪੰਜਾਬੀ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਤੇ ਉਹਨਾਂ ਨੇ ਇਹੀ ਕਿਹਾ ਕਿ ਮੈਂ ਜੇ ਪੰਜਾਬੀਆਂ ਦੇ ਵਿੱਚ ਵਿਚਰਨਾ ਹੈਗਾ ਆ, ਪੰਜਾਬੀ ਮੇਰੇ ਕੋਲ ਪੰਜਾਬੀ ਵੋਟਰਸ ਹੈਗੇ ਨੇ, ਮੈਨੂੰ ਪਿਆਰ ਕਰਦੇ ਨੇ, ਸਿੱਖ ਲੋਕ ਹੈਗੇ ਨੇ, ਤਾਂ ਮੈਨੂੰ ਪੰਜਾਬੀ ਸਿੱਖਣੀ। ਉਹਨਾਂ ਨੇ ਪਿਛਲੇ 7 ਸਾਲ ਤੋਂ ਪੰਜਾਬੀ ਸਿੱਖਣੀ ਸ਼ੁਰੂ ਕਰ ਦਿੱਤੀ। ਜਦ ਦੂਸਰੀ ਵਾਰ ਪ੍ਰਵਾਸੀ ਟੀਵੀ ਦੇ ਵਿੱਚ ਇੰਟਰਵਿਊ ਦੇਣ ਆਏ ਤਾਂ ਉਹਨਾਂ ਦੀ ਪੰਜਾਬੀ 'ਚ ਇੰਨਾ ਫਰਕ ਮਹਿਸੂਸ ਕੀਤਾ ਜਾ ਰਿਹਾ ਸੀਗਾ, ਦਿਖ ਰਿਹਾ ਸੀਗਾ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਣ ਲਈ। ਬਿਲਕੁਲ ਦੇਖੋ, ਉਹਨਾਂ ਨੇ ਤਾਂ ਨਵੇਂ ਸਿਰੋਂ ਕੋਸ਼ਿਸ਼ ਕੀਤੀ। ਮੈਂ ਕਹਿ ਰਿਹਾ ਵੀ ਜਿਹੜੇ ਪੰਜਾਬੀ ਆ ਰਹੇ ਨੇ ਉਹਨਾਂ ਨੂੰ ਤਾਂ ਐਡੀ ਜ਼ੋਰਦਾਰ ਕੋਸ਼ਿਸ਼ ਕਰਨ ਦੀ ਵੀ ਲੋੜ ਨਹੀਂ ਹੈ। ਉਹ ਪੰਜਾਬੀ ਮਾਹੌਲ 'ਚੋਂ ਆਏ ਨੇ, ਸਿਰਫ ਉਹ ਆਪ ਪੰਜਾਬੀ ਨੂੰ ਨਫ਼ਰਤ ਨਾ ਕਰਨ, ਉਹ ਪੰਜਾਬੀ ਨੂੰ ਫਕਰ ਨਾਲ ਅਡੋਪਟ ਕਰਨ। ਤੇ ਹੁਣ ਮੈਂ ਬਹੁਤ ਸਾਰੇ ਪਰਿਵਾਰਾਂ 'ਚ ਵਿਚਰਿਆ ਇਸ ਵਾਰ, ਮੈਂ ਦੇਖਿਆ ਵੀ ਜਿਹੜੇ ਬੰਦੇ ਅੱਜ ਤੋਂ 10 ਸਾਲ ਪਹਿਲਾਂ ਵੀ ਆਏ ਨੇ, 10-15 ਸਾਲ ਆਏ ਨੇ, ਉਹ ਉੱਥੇ ਬੱਚੇ ਉਹਨਾਂ ਦੇ ਇੱਥੇ ਜਨਮ ਲਿਆ, ਉਹ ਬੜੇ ਮੈਨੂੰ ਖੁਸ਼ੀ ਹੁੰਦੀ ਸੀ ਜਦੋਂ ਉਹ ਪੰਜਾਬੀ ਬੋਲਦੇ ਨੇ, ਹੈ ਨਾ। ਅਤੇ ਉਹਨਾਂ ਦੀ ਬੋਲੀ 'ਚ ਉਹ ਕੁਦਰਤੀ ਗੱਲ ਹੈ, ਉਹ ਜਿਹੜਾ ਉਹਨਾਂ ਦਾ ਲਹਿਜਾ ਹੈਗਾ ਥੋੜ੍ਹਾ ਜਿਹਾ ਫਰਕ ਪਊਗਾ। ਪਰੰਤੂ ਜਦੋਂ ਮੈਂ ਉਹਨੂੰ ਪੁੱਛਦਾ ਵੀ ਇਹ ਪੰਜਾਬੀ ਪੜ੍ਹ ਵੀ ਸਕਦਾ, ਨਹੀਂ ਜੀ ਪੜ੍ਹ ਨਹੀਂ ਸਕਦਾ, ਅਤੇ ਲਿਖ ਸਕਦਾ, ਨਹੀਂ ਲਿਖ ਨਹੀਂ ਸਕਦਾ, ਠੀਕ ਹੈ। ਇੱਥੋਂ ਦੀ ਸਰਕਾਰ ਨੇ ਬਹੁਤ ਵਧੀਆ ਸਹੂਲਤ ਦਿੱਤੀ ਹੋਈ ਹੈ ਵੀ ਤੁਸੀਂ ਅਗਰ ਸਕੂਲ ਦੇ ਵਿੱਚ ਬੱਚੇ ਆਪਟ ਕਰਦੇ ਨੇ ਪੰਜਾਬੀ ਤਾਂ ਉਹ ਟੀਚਰ ਪ੍ਰੋਵਾਈਡ ਕਰਦੇ ਨੇ। ਜਦ ਤੁਹਾਡੇ ਕੋਲ ਸਹੂਲਤ ਹੈ ਤਾਂ ਆਪਾਂ ਉਹ ਸਹੂਲਤ ਲਈਏ। ਅਦਰਵਾਈਜ਼ ਜਿਹੜੇ ਬੱਚੇ ਹੁਣ ਪੰਜਾਬੀ ਸਿਰਫ ਬੋਲ ਸਕਦੇ ਨੇ, ਉਹ ਵੀ ਅਲੱਗ ਲਹਿਜੇ ਨਾਲ, ਅਤੇ ਅਗਲੇ ਜਿਹੜੇ ਇਹਨਾਂ ਦੇ ਬੱਚੇ ਹੋਣਗੇ ਉਹ ਬੋਲ ਵੀ ਨਹੀਂ ਸਕਣਗੇ। ਸੋ ਇਸ ਲਈ ਪੰਜਾਬੀ ਨੇ ਜਿਹੜੇ ਇੱਥੇ ਪੰਜਾਬੀ ਭਾਸ਼ਾ ਦਾ ਇਸ ਦੇਸ਼ ਵਿੱਚ ਬਹੁਤ ਵੱਡਾ ਭਵਿੱਖ ਹੈ। ਇਸ ਨੂੰ ਤੁਸੀਂ ਆਪਦੇ ਬਿਜ਼ਨਸ ਨਾਲ ਜੋੜੋ, ਅਤੇ ਵੈਸੇ ਵੀ ਭਾਸ਼ਾ ਉਹੀ ਜਿਉਂਦੀ ਰਹਿ ਸਕਦੀ ਹੈ ਜਿਹੜੇ ਲੋਕਾਂ ਦੇ ਕੰਮ ਆਵੇ। ਸੋ ਇਸ ਲਈ ਇਸ ਨੂੰ ਕੰਮਕਾਜੀ ਭਾਸ਼ਾ ਬਣਾਉਣੀ ਜਿਹੜੀ ਹੈਗੀ ਹੈ ਉਹ ਬਹੁਤ ਜ਼ਰੂਰੀ ਹੈ, ਅਤੇ ਕੈਨੇਡਾ 'ਚ ਬਹੁਤ ਸਹਿਜੇ ਹੀ ਬਣ ਸਕਦੀ ਹੈ ਕਿਉਂਕਿ ਇੱਥੋਂ ਦੀ ਸਰਕਾਰ ਆ ਨਾ ਜਿਹੜੀ, ਉਹ ਬੜੀ ਸਹਿਜ ਦਿਲ ਹੈ। ਉਹ ਹਰੇਕ ਚੀਜ਼ ਨੂੰ, ਮੈਨੂੰ ਪਤਾ ਲੱਗਿਆ ਵੀ ਇੱਥੇ ਜਿਵੇਂ ਇੱਕ ਦਿਨ ਸਾਲ ਦੇ ਵਿੱਚ ਖਾਲਸਾ ਮੰਥ ਵੀ ਮਨਾਇਆ ਜਾਂਦਾ ਜਾਂ ਹੋਰ ਚੀਜ਼ਾਂ ਮਨਾਈ ਜਾਂਦੀਆਂ ਨੇ, ਇੱਥੋਂ ਦੀਆਂ ਸਰਕਾਰਾਂ ਨੇ ਜਿਹੜੀਆਂ ਉਹ ਬੜੀਆਂ ਮਤਲਬ ਇਸ ਤਰ੍ਹਾਂ ਅਪਣਾਉਂਦੀਆਂ ਨੇ ਚੀਜ਼ਾਂ ਨੂੰ। ਜੀ ਪਿਛਲੇ ਕੁਝ ਸਾਲਾਂ ਤੋਂ ਕੈਨੇਡੀਅਨ ਗਵਰਨਮੈਂਟ ਨੇ ਸਾਰੇ ਧਰਮਾਂ ਨੂੰ ਬੜਾ ਸਤਿਕਾਰ ਦਿੱਤਾ ਆ। ਜੇ ਤੁਸੀਂ ਕੋਈ ਵੀ ਫੈਸਟੀਵਲ, ਕੋਈ ਵੀ ਓਕੇਜ਼ਨ ਆਪਣੇ ਗੁਰੂਆਂ ਦਾ, ਪੀਰਾਂ ਦਾ ਮਨਾਉਣਾ ਚਾਹੁੰਦੇ ਹੋ ਤਾਂ ਉਹ ਖੁੱਲੇ ਦਿਲ ਨਾਲ ਸਤਿਕਾਰ ਕਰਦੇ ਨੇ ਵੀ ਤੁਸੀਂ ਜ਼ਰੂਰ ਮਨਾਓ। ਅਤੇ ਇੱਕ ਇਹਦੇ ਨਾਲ ਮੈਂ ਹੋਰ ਵੀ ਗੱਲ ਆ ਜੀ, ਜਿਹੜੀ ਪੰਜਾਬੀ ਭਾਸ਼ਾ ਹੈਗੀ ਹੈ ਇਹਦਾ ਧਰਮ ਨਾਲ ਨਾ ਜੋੜਿਆ ਜਾਵੇ ਇਹਨੂੰ, ਹੈ ਨਾ। ਅਤੇ ਇਹ ਕੋਈ ਇਕੱਲੇ ਸਿੱਖਾਂ ਦੀ ਭਾਸ਼ਾ ਨਹੀਂ ਹੈਗੀ, ਇਹ ਪੰਜਾਬੀਆਂ ਦੀ ਭਾਸ਼ਾ, ਇਹ ਪਾਕਿਸਤਾਨੀਆਂ ਦੀ ਭਾਸ਼ਾ, ਇਹ ਬਹੁਤ ਵੱਡੇ ਦੇਸ਼ ਸੀਗਾ ਸਾਡਾ ਪੰਜਾਬ, ਦੇਸ਼ ਇਹ ਕਹੂੰਗਾ ਮੈਂ, ਅਤੇ ਉਹ ਸਾਰੇ ਲੋਕਾਂ ਦੀ ਭਾਸ਼ਾ। ਇਸ ਲਈ ਇਹਨਾਂ ਨੂੰ ਕੁਛ ਆਪਾਂ ਸੀਮਤ ਨਾ ਰੱਖੀਏ, ਇਹਦੇ ਨੂੰ ਆਪਾਂ ਇਸ ਤਰ੍ਹਾਂ ਦਾ ਹੱਕ ਨਾ ਮਾਰੀਏ ਜਾਂ ਇਸ ਤਰ੍ਹਾਂ ਦਾ ਆਪਾਂ ਟੈਗ ਨਾ ਲਾਈਏ ਵੀ ਇਹ ਇਕੱਲੀ ਸਿੱਖਾਂ ਦੀ ਭਾਸ਼ਾ, ਇਹ ਪੰਜਾਬੀਆਂ ਦੀ ਭਾਸ਼ਾ। ਸੋ ਇਹਦਾ ਬਹੁਤ ਸੁਨਹਿਰਾ ਭਵਿੱਖ ਮੈਂ ਮੰਨਦਾ ਇਸ ਦੇਸ਼ ਦੇ ਵਿੱਚ। ਜੀ ਜਿਹੜੇ ਇੱਥੇ ਦੇ ਪੰਜਾਬੀ ਜਿਹੜੇ ਪੰਜਾਬ ਤੋਂ ਆਏ ਨੇ, ਉਹਨਾਂ ਦੇ ਬੱਚੇ ਇੱਥੇ ਬੌਰਨ ਹੋਏ ਨੇ, ਜੇ ਉਹ ਉਹਨਾਂ ਨੂੰ ਪੰਜਾਬੀ ਭਾਸ਼ਾ ਸਿਖਾਉਣਾ ਚਾਹੁੰਦੇ ਨੇ, ਨਿਪੁੰਨ ਬਣਾਉਣਾ ਚਾਹੁੰਦੇ ਨੇ, ਠੀਕ ਹੈ ਜੀ, ਕਿਹੜੇ ਤੁਸੀਂ ਸੋਰਸਿਸ ਉਹਨਾਂ ਨੂੰ ਦੱਸਣਾ ਚਾਹੋਗੇ ਵੀ ਭਾਈ ਇੱਥੇ ਜਾਓ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਪੰਜਾਬੀ ਸਿਖਾਓ? ਪਹਿਲੀ ਗੱਲ ਤਾਂ ਹੈ ਜਿਹੜੀ ਚੀਜ਼ ਸਿਖਾਉਣੀ ਹੈ, ਜਿਹੜੀ ਮਿੱਟੀ ਹੈ, ਉਹਨਾਂ ਨੂੰ ਪਹਿਲਾਂ ਤਾਂ ਉਹ ਮਿੱਟੀ ਛੂਹ ਪ੍ਰਾਪਤ ਹੋਣੀ ਚਾਹੀਦੀ ਹੈ। ਉਹਨਾਂ ਨੂੰ ਪੰਜਾਬ ਦਿਖਾਓ, ਠੀਕ ਹੈ ਨਾ। ਤੁਸੀਂ ਲੋਕਾਂ ਨੇ ਇੰਨੀਆਂ ਤਰੱਕੀਆਂ ਕੀਤੀਆਂ, ਇੰਨੀਆਂ ਮਿਹਨਤ ਕੀਤੀਆਂ, ਇੱਥੇ ਇੰਨਾ ਕੁਛ ਹੰਢਾ ਰਹੇ ਹੋ, ਉੱਥੇ ਤੁਸੀਂ ਇਹਨਾਂ ਨੂੰ ਪੰਜਾਬ ਦਾ ਚੱਪਾ ਦਿਖਾਓ। ਵੈਸੇ ਵੀ ਆਪਾਂ ਬੱਚਿਆਂ ਨੂੰ ਲੈ ਕੇ ਘੁੰਮਣ ਜਾਂਦੇ ਹਾਂ, ਜਦੋਂ ਤੱਕ ਤੁਸੀਂ ਬੱਚੇ ਉੱਥੇ ਉਹ ਦੇਖਣਗੇ ਨਹੀਂ, ਅਨੰਦਪੁਰ ਸਾਹਿਬ ਨਹੀਂ ਜਾਣਗੇ, ਉਹ ਹਰਿਮੰਦਰ ਸਾਹਿਬ ਨਹੀਂ ਜਾਣਗੇ, ਹੋਰ ਇਤਿਹਾਸਕ ਸਥਾਨਾਂ 'ਤੇ ਜਾਣਗੇ, ਫਿਰ ਤੁਸੀਂ ਉਹਨਾਂ ਨੂੰ ਸਾਕਸ਼ਾਤ ਦੱਸੋਗੇ, ਉਹ ਫਿਰ ਬੱਚੇ ਜ਼ਿਆਦਾ ਮੋਹ ਪਿਆਰ ਹੋਊਗਾ। ਦੇਖੋ, ਇੱਕ ਬੱਚੇ ਨੂੰ ਇਮੈਜਨਰੀ ਗੱਲਾਂ ਦੇ ਉੱਤੇ ਮੋਹ ਪਿਆਰ ਪੈਦਾ ਕਰਨਾ ਉਹ ਮੁਸ਼ਕਿਲ ਹੈ। ਜਿਹੜੇ ਬੱਚੇ ਇੱਥੇ ਜੰਮੇ ਨੇ, ਉਹ ਜਦੋਂ ਹਜੇ ਤੱਕ ਉਹਨਾਂ ਨੇ ਪੰਜਾਬ ਵਿਜ਼ਿਟ ਨਹੀਂ ਕੀਤਾ, ਅਤੇ ਮੈਨੂੰ ਲੱਗਦਾ ਇੱਕ ਤਾਂ ਇਹ ਗੱਲ ਮੈਂ ਜ਼ਰੂਰੀ ਸਮਝਦਾ ਇਸ ਦੇ ਵਿੱਚ। ਦੂਸਰੀ ਗੱਲ, ਅੱਗੇ ਘਰਾਂ ਦੇ ਵਿੱਚ ਆਪਣੇ ਪੰਜਾਬੀਆਂ ਦੇ ਕੀ ਰਿਵਾਜ ਹੁੰਦਾ ਸੀਗਾ ਕਿ ਕਥਾ ਕਹਾਣੀਆਂ ਯੋਧਿਆਂ ਦੀਆਂ, ਹੋਰਾਂ ਦੀਆਂ, ਉਹ ਸੁਣਾਉਂਦੇ ਰਹਿੰਦੇ ਸੀਗੇ, ਅਤੇ ਇਹੋ ਜਿਹਾ ਕਲਚਰ ਵੀ ਘਰਾਂ 'ਚ ਪੈਦਾ ਕੀਤਾ ਜਾ ਸਕਦਾ। ਬੱਚਿਆਂ ਨੂੰ ਛੋਟੀਆਂ ਸਟੋਰੀਆਂ, ਕਹਾਣੀਆਂ ਸੁਣਾਈਆਂ ਜਾਣ,
ਉਹਨਾਂ ਦੇ ਹੁਣ ਅੱਜ ਕੱਲ੍ਹ ਤਾਂ ਜਿਹੜੀ ਐਨੀਮੇਸ਼ਨ ਵੀ ਹੋਰ ਤਰ੍ਹਾਂ ਦੇ ਆਉਣ ਲੱਗੇ, ਬੱਚਿਆਂ ਦਾ ਛੋਟੇ ਬੱਚਿਆਂ ਦਾ ਕਾਰਟੂਨ ਟਾਈਪ ਇੰਟਰਸਟ ਹੁੰਦਾ, ਉਹ ਦਿਖਾਇਆ ਜਾ ਸਕਦਾ। ਤੀਸਰੀ ਗੱਲ ਇਹ ਆ ਵੀ ਇੱਥੇ ਜਿਹੜੀ ਸਕੂਲਾਂ ਦੇ ਵਿੱਚ ਆਪਣੀ ਜੂਨੀਅਰ ਐਜੂਕੇਸ਼ਨ ਆ, ਬੇਸਿਕ ਐਜੂਕੇਸ਼ਨ ਆ, ਉਹ ਬੜੀ ਲਾਈਟ ਹਲਕੀ ਆ। ਹੁਣ ਜਿਹੜੇ ਇੱਥੇ ਬਹੁਤ ਸਾਰੇ ਪੇਰੈਂਟਸ ਬਜ਼ੁਰਗ ਨਾਲ ਆਏ ਹੋਏ ਨੇ, ਦਾਦਾ ਦਾਦੀ ਆਏ ਹੋਏ ਨੇ, ਉਹਨਾਂ ਕੋਲ ਟਾਈਮ ਹੈ, ਉਹ ਆਪਦੇ ਬੱਚਿਆਂ ਨੂੰ ਲਿਖਤੀ ਤੌਰ ਦੇ ਉੱਤੇ ਊੜਾ ਆੜਾ ਸਿਖਾ ਕੇ ਸ਼ਬਦਾਂ ਤੱਕ ਲੈ ਜਾਣ, ਪੜ੍ਹਾਉਣ ਲੱਗ ਜਾਣ, ਬਚ ਜੂਗੀ ਪੰਜਾਬੀ। ਅਗਰ ਅਸੀਂ ਇਹ ਕੋਸ਼ਿਸ਼ਾਂ ਨਾ ਕੀਤੀਆਂ। ਤੇ ਦੂਸਰੀ ਗੱਲ ਇੱਕ ਹੋਰ ਮੈਂ ਇੱਥੇ ਕਹਿਣੀ ਚਾਹੂੰਗਾ, ਮੈਂ ਇੱਕ ਗੱਲ ਦੇਖਿਆ ਸੀ, ਮੈਂ ਇੱਥੇ ਤੁਹਾਨੂੰ ਯਾਦ ਹੋਊਗਾ, ਮੈਂ ਇੱਥੇ ਵਰਲਡ ਪੰਜਾਬੀ ਕਾਨਫਰੰਸ ਤੇ ਆਇਆ ਸੀ, ਮੈਂ ਉਹਦਾ ਵੀ ਜ਼ਿਕਰ ਕਰਨਾ ਸੀ। ਉਹਦਾ ਦੇਖੋ ਸਾਰੇ ਅਸੀਂ ਟੀਵੀ ਚੈਨਲਾਂ ਤੋਂ ਸੱਦਾ ਦਿੱਤਾ, ਉੱਥੇ ਬਹੁਤ ਲੋਕ ਪਹੁੰਚੇ, ਪਰ ਜਿਹੜੇ ਲੋਕ ਪਹੁੰਚੇ ਉਹਨਾਂ ਵਿੱਚ ਯੂਥ ਨਹੀਂ ਸੀਗਾ ਜਿਨ੍ਹਾਂ ਲਈ ਅਸੀਂ ਇਹ ਪ੍ਰੋਗਰਾਮ ਕੀਤਾ ਸੀਗਾ। ਇਸ ਦੀ ਬਜਾਏ ਮੈਨੂੰ ਪਤਾ ਲੱਗਿਆ ਵੀ ਇੱਥੇ ਦਲਜੀਤ ਦੋਸਾਂਝ ਜੀ ਦੇ ਸ਼ੋਅ ਹੋਏ ਨੇ, ਵੈਨਕੂਵਰ ਦੇ ਵਿੱਚ ਵੀ ਹੋਇਆ, ਵਿਨੀਪੈਗ ਦੇ ਵਿੱਚ ਵੀ ਹੋਇਆ। ਜਦੋਂ ਫੋਟੋਆਂ ਦਿਖਦੀਆਂ ਨੇ ਮੈਨੂੰ ਲੱਗਦਾ ਵੀ ਕੋਈ ਸਪੇਸ ਹੀ ਨਹੀਂ ਹੈਗੀ, ਉੱਥੇ ਜ਼ਿਆਦਾ ਕਰਾਊਡ ਹੁੰਦਾ। ਚਲੋ ਮੈਂ ਤਾਂ ਇਹ ਕਿ ਗੁੱਡ ਮੰਨਦਾ ਵੀ ਉਹ ਪੰਜਾਬੀ ਘੱਟੋ ਘੱਟ ਪੰਜਾਬੀ ਭਾਸ਼ਾ ਦੇ ਵਿੱਚ ਗੀਤ ਤਾਂ ਸੁਣਨ ਜਾਂਦੇ ਨੇ ਜਾਂ ਹੋਰ ਇਹੋ ਜਿਹਾ ਕੁਝ ਸੁਣਨ ਜਾਂਦੇ ਨੇ। ਸੋ ਇਸ ਲਈ ਇਹ ਜਿਹੜਾ ਤੁਸੀਂ ਗੱਲ ਕਰਦੇ ਹੋ, ਇੱਕ ਐਫਰਟ ਇਹ ਵੀ ਕੀਤੀ ਜਾ ਸਕਦੀ ਆ, ਕੋਈ ਇੱਥੇ ਯੂਥ ਦੇ ਵਿੱਚ ਪੰਜਾਬੀ ਬੱਚਿਆਂ ਵਾਸਤੇ ਕੋਈ ਛੋਟੇ ਛੋਟੇ ਯੂਥ ਫੈਸਟੀਵਲ ਕਰਵਾਏ ਜਾ ਸਕਦੇ ਨੇ, ਕੋਈ ਇਹੋ ਜਿਹੇ ਪ੍ਰੋਗਰਾਮ, ਉਹਨਾਂ ਨੂੰ ਕਵਿਤਾ, ਗੀਤ ਉਚਾਰਨ, ਹੋਰ ਇਹਨਾਂ 'ਚ ਇੰਟਰਸਟ ਪੈਦਾ ਕੀਤਾ ਜਾ ਸਕਦਾ, ਇਹੋ ਜਿਹੇ ਲਿਖਣ ਦਾ ਪੈਦਾ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵੀ ਮੈਂ ਸਮਝਦਾ ਵੀ ਇੱਥੇ ਪੰਜਾਬੀਆਂ ਨੇ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਇੱਥੇ ਰੋਜੀ ਰੋਟੀ ਦਾ ਮਸਲਾ ਉਹਦੇ 'ਚ ਜ਼ਿਆਦਾ ਉਲਝੇ ਹੋਏ ਨੇ। ਪਰੰਤੂ ਹੁਣ ਖੁਸ਼ਹਾਲੀ ਜਿਵੇਂ ਜਿਵੇਂ ਆ ਰਹੀ ਹੈ, ਲੋਕਾਂ ਕੋਲ ਟਾਈਮ ਹੈ। ਮੈਂ ਸਮਝਦਾ ਪੰਜਾਬੀ ਭਾਸ਼ਾ ਨੂੰ ਅਗਰ ਤੁਸੀਂ ਕਹਿੰਦੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤਾਂ ਉਹਦੇ ਵਿੱਚ ਇਹ ਵੀ ਸ਼ਾਮਲ ਕਰਨਾ ਚਾਹੀਦਾ ਜੀ। ਜੇ ਨਿਊ ਬੋਰਨ ਬੱਚਾ ਜਿਹੜਾ ਇੱਥੇ ਦਾ ਹੈ ਪਰ ਪੰਜਾਬੀਆਂ ਦਾ ਹੈ, ਪੰਜਾਬ ਦਾ ਉੱਥੇ ਉਹਨਾਂ ਦਾ ਪਿਛੋਕੜ ਹੈਗਾ ਆ, ਜੇ ਉਹਨੂੰ ਸਿਖਾਣੀ ਪਵੇ ਤਾਂ ਤੁਹਾਨੂੰ ਨਹੀਂ ਲੱਗਦਾ ਔਖੀ ਹੋਏਗੀ? ਕਿਉਂਕਿ ਮਾਂ-ਬਾਪ ਦੇ ਕੋਲ ਟਾਈਮ ਹੈ ਨਹੀਂ। ਜੇ ਤੁਸੀਂ ਦਾਦਾ ਦਾਦੀ ਦੀ ਵੀ ਗੱਲ ਕੀਤੀ ਹੈ, ਬਜ਼ੁਰਗਾਂ ਦੀ ਵੀ ਕੀਤੀ ਹੈ, ਬਜ਼ੁਰਗ ਕਹਿੰਦੇ ਆ ਵੀ ਬੱਚੇ ਸਾਨੂੰ ਨਿਆਣਿਆਂ ਨੂੰ ਸੰਭਾਲਣ ਲਈ ਬੁਲਾ ਲੈਂਦੇ ਆ, ਤੇ ਜੇ ਸੰਭਾਲਦੇ ਤਾਂ ਉਹੀ ਟਾਈਮ ਇਨਵੈਸਟ ਕਰਨਾ ਚਾਹੀਦਾ ਉਹਨਾਂ ਨੂੰ ਪੰਜਾਬੀ ਭਾਸ਼ਾ ਆਪਣੀ ਮਾਂ ਬੋਲੀ ਨਾਲ ਜੋੜਨ ਲਈ। ਤੁਹਾਨੂੰ ਕੀ ਲੱਗਦਾ ਇਹਦੇ ਤੇ ਕੀ ਟਿੱਪਣੀ ਕਰਨਾ ਚਾਹੋਗੇ? ਬਿਲਕੁਲ ਉਹਨਾਂ ਨੂੰ ਇਨਵੈਸਟ ਕਰਨਾ ਚਾਹੀਦਾ। ਮੈਂ ਇਹ ਵੀ ਦੱਸਣਾ ਚਾਹੀਦਾ ਵੀ ਕਿਉਂ ਕਰਨਾ ਚਾਹੀਦਾ, ਕਿਉਂਕਿ ਤੁਸੀਂ ਇੱਕ ਅਮੀਰ ਦੇਸ਼ ਦੇ ਵਿੱਚੋਂ ਆਏ ਹੋ, ਅਮੀਰ ਵਿਰਾਸਤ ਦੇ ਵਿੱਚੋਂ ਆਏ ਹੋ। ਤੁਸੀਂ ਉਹ ਵਿਰਾਸਤ ਨੂੰ ਕਦੇ ਨਹੀਂ ਚਾਹੁੰਦੇ ਸੀ ਵੀ ਛੱਡਣਾ ਪਵੇ, ਲੇਕਿਨ ਉੱਥੇ ਰੁਜ਼ਗਾਰ ਦੀ ਘਾਟ ਹੋਣ ਕਾਰਨ ਜਾਂ ਵਸੀਲੇ ਘੱਟ ਹੋਣ ਕਾਰਨ ਤੁਸੀਂ ਆਏ ਹੋ। ਤੁਸੀਂ ਹਜੇ ਵੀ ਆਪਦੇ ਦੇਸ਼ ਨੂੰ ਪਿਆਰ ਕਰਦੇ ਹੋ। ਜੇ ਅੱਜ ਵੀ ਤੁਹਾਡੇ ਦੇਸ਼ ਦੇ ਵਿੱਚ ਰੁਜ਼ਗਾਰ ਦੇ ਹਾਲਾਤ ਵਧੀਆ ਬਣ ਜਾਣ, ਤੁਸੀਂ ਅੱਜ ਵੀ ਵਾਪਸ ਮੁੜਨਾ ਚਾਹੋਗੇ। ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਇਸ ਲਈ ਉਹਨਾਂ ਨੂੰ ਜੋੜਨਾ ਜ਼ਰੂਰੀ ਹੈ, ਇਸ ਲਈ ਪੇਰੈਂਟਸ ਨੂੰ ਟਾਈਮ ਦੇਣਾ ਜ਼ਰੂਰੀ ਹੈ, ਤਾਂ ਕਿ ਕਿਤੇ ਆਪਦਾ ਅਮੀਰ ਵਿਰਸਾ ਭੁੱਲ ਕੇ 18 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਤੋਂ ਅੱਡ ਨਾ ਹੋ ਜਾਣ ਜਾਂ ਤੁਹਾਨੂੰ ਵੱਖ ਨਾ ਕਰ ਦੇਣ। ਕਿਤੇ ਇਹ ਨਾ ਹੋਵੇ ਇੱਥੇ ਫਾਦਰ ਡੇ ਤੇ ਮਦਰ ਡੇ 'ਚ ਤੁਹਾਨੂੰ ਫੁੱਲ ਦੇਣ ਆਇਆ ਕਰਨ। ਅਗਰ ਤੁਸੀਂ ਉਹ ਚੀਜ਼ ਤੋਂ ਬਚਣਾ ਹੈ ਤਾਂ ਤੁਸੀਂ ਇਹਨਾਂ ਨੂੰ ਪੰਜਾਬੀ ਵਿਰਸਾ, ਆਪਦੇ ਗੁਰੂਆਂ ਪੀਰਾਂ ਦਾ ਫਲਸਫਾ ਸਿਖਾਓਗੇ, ਇਹਨਾਂ ਨੂੰ ਉੱਥੇ ਸਰਬਣ ਪੁੱਤਰ ਵਰਗੇ ਦੀਆਂ ਕਹਾਣੀਆਂ ਸੁਣਾਓਗੇ, ਇੱਥੇ ਜਿਹੜੇ ਮਾਂ-ਬਾਪ ਦਾ ਰੋਲ ਰਿਹਾ ਵਧੀਆ ਉਹ ਸਿਖਾਓਗੇ, ਤਾਂ ਹੀ ਉਹ ਇਮੋਸ਼ਨਸ ਪੈਦਾ ਹੋਣਗੇ। ਜਿਹੜਾ ਲਿਟਰੇਚਰ ਅਦਰਵਾਈਜ਼ ਬੱਚੇ ਇਹ ਪੜ੍ਹਨਗੇ ਉੱਥੇ ਇਹ ਚੀਜ਼ਾਂ ਨਹੀਂ ਹੈਗੀਆਂ, ਕਿਉਂਕਿ ਜਿਹੜਾ ਇੱਥੋਂ ਦਾ ਕਲਚਰ ਉਹ ਡਿਮਾਂਡ ਕਰਦਾ ਵੀ 18 ਸਾਲ ਬਾਅਦ ਜਿਵੇਂ ਪੰਛੀ ਉੱਡ ਜਾਂਦਾ ਆਲ੍ਹਣੇ ਦੇ ਵਿੱਚੋਂ, ਵੱਡਾ ਹੋਣ ਤੇ ਉੱਡ ਜਾਂਦਾ, ਉਹਨੇ ਉੱਡਣਾ, ਉਹਨੂੰ ਤੁਸੀਂ ਰੋਕ ਨਹੀਂ ਸਕੋਗੇ। ਅਗਰ ਤੁਸੀਂ ਪਰਿਵਾਰਾਂ ਦੇ ਵਿੱਚ ਰਹਿਣਾ ਚਾਹੁੰਦੇ ਹੋ, ਆਪਦਾ ਪਿਛੋਕੜ ਵੀ ਬੰਨ੍ਹ ਕੇ ਰਹਿਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ, ਕਰਨੀਆਂ ਪੈਣੀਆਂ। ਇਹ ਕਰਨਗੇ, ਮਾਂ-ਬਾਪ ਕਰਨਗੇ, ਦਾਦਾ ਦਾਦੀ ਕਰਨਗੇ ਤਾਂ ਸਾਡਾ ਜਿਹੜਾ ਵਿਰਸਾ ਹੈ ਉਹ ਜ਼ਿੰਦਾ ਵੀ ਰਹੇਗਾ। ਤੇ ਜੇ ਅਸੀਂ ਕਹਿ ਦਈਏ ਕਿ ਵੈਸਟਰਨਾਈਜੇਸ਼ਨ ਨੂੰ ਅਡਾਪਟ ਕਰਨਾ ਹੈਗਾ, 18 ਸਾਲ ਤੋਂ ਬਾਅਦ ਮਾਂ-ਬਾਪ ਨੂੰ ਕਹੋ ਤੁਸੀਂ ਆਪਣੇ ਰਾਸਤੇ, ਬੱਚੇ ਕਹਿਣ ਕਿ ਆਹ ਰਾਸਤੇ, ਫਿਰ ਉਹ ਪੰਜਾਬੀ ਕਹਿਲਾਉਣ ਦਾ ਸਾਨੂੰ ਕੋਈ ਹੱਕ ਨਹੀਂ ਆ, ਕਿਉਂਕਿ ਸਾਡੇ ਮਾਂ-ਬਾਪ ਨੇ, ਪੰਜਾਬੀਆਂ ਨੇ ਕਦੇ ਵੀ ਨਹੀਂ ਚਾਹਿਆ। ਪੰਜਾਬੀ ਤਾਂ ਕਹਿ ਸਕਦੇ ਆ ਵੀ ਪੰਜਾਬੀਆਂ ਨੇ ਇਹੀ ਆਪਣੇ ਬੱਚਿਆਂ ਨੂੰ ਅੱਜ ਤੱਕ ਸਿਖਾਇਆ। ਪੰਜਾਬੀ ਕਹਿ ਲਓ, ਭਾਰਤ ਦੇ ਵਿੱਚ ਵੀ ਹਰ ਤਰ੍ਹਾਂ ਦੇ ਜਿੰਨੇ ਵੀ ਧਰਮ ਹੈਗੇ ਉਹਨਾਂ ਨੇ ਲੋਕਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਇਹੀ ਸਿਖਾਇਆ ਵੀ ਮਾਂ-ਬਾਪ ਦੇ ਨਾਲ ਰਹਿਣਾ ਮੌਤ ਤੱਕ, ਇਹੀ ਆਪਾਂ ਨੂੰ ਸਿਖਾਇਆ। ਜੋ ਜੇ ਲੋਕ ਇੱਥੇ ਆ ਕੇ, ਜੇ ਆਪਣੇ ਪੰਜਾਬੀ ਇੱਥੇ ਆ ਕੇ ਸਭ ਚੀਜ਼ਾਂ ਭੁੱਲਣ ਲੱਗ ਪਣ ਤਾਂ ਸਾਡੇ ਤੇ ਬਾਕੀਆਂ ਦੇ ਵਿੱਚ ਫਰਕ ਕੀ ਰਹਿ ਗਿਆ? ਇੱਕ ਮੈਂ ਦੱਸਣਾ ਚਾਹਣਾ, ਅਸੀਂ ਛੋਟੇ ਹੁੰਦੇ ਤੋਂ ਪੜ੍ਹਦੇ ਪੜ੍ਹਾਉਂਦੇ ਆ ਰਹੇ ਹਾਂ, ਪੱਛਮੀ ਸੱਭਿਆਚਾਰ ਨੂੰ ਉੱਥੇ ਸਾਨੂੰ ਮਾੜੀ ਨਿਗਾਹ ਨਾਲ ਦੇਖਿਆ ਜਾਂਦਾ। ਉਹ ਕੋਈ ਐਡੀ ਗੱਲ ਨਹੀਂ ਸੀ। ਪੱਛਮੀ ਸੱਭਿਆਚਾਰ ਦੇ ਵਿੱਚ ਕਿਹੜੇ ਚੀਜ਼ਾਂ ਨੂੰ ਅਸੀਂ ਮਾੜਾ ਗਿਣਦੇ ਸੀਗੇ? ਅਸੀਂ ਗਿਣਦੇ ਸੀ ਪਹਿਰਾਵੇ ਨੂੰ। ਨੰਬਰ 2 ਦੇ ਉਹ ਅਸੀਂ ਅਡਾਪਟ ਕਰ ਲਿਆ, ਦੂਸਰਾ ਸੀਗਾ ਵੀ ਇੱਥੇ ਜਿਹੜਾ ਮਰਦ ਤੇ ਔਰਤ ਦਾ ਰਿਸ਼ਤਾ ਕੋਈ ਪੱਕਾ ਰਿਸ਼ਤਾ ਜਾਂ ਨਹੀਂ ਹੁੰਦਾ, ਉਹ ਜਦੋਂ ਮਰਜ਼ੀ ਅੱਡ ਹੋ ਜਾਂਦੇ ਨੇ। ਇੱਥੇ ਮਾਂ-ਬਾਪ ਜਦੋਂ ਮਰਜ਼ੀ ਬੱਚਿਆਂ ਤੋਂ ਅੱਡ ਹੋ ਜਾਂਦੇ ਨੇ, ਬੱਚੇ ਜਦੋਂ ਮਰਜ਼ੀ ਬੱਚਿਆਂ ਤੋਂ ਅੱਡ। ਇਹ ਚੀਜ਼ਾਂ ਨੂੰ ਅਸੀਂ ਵੈਸਟਰਨ ਦੇ ਵਿੱਚ ਅਸੀਂ ਮਾੜਾ ਮੰਨਦੇ ਸੀ। ਇਹਨਾਂ ਲਈ ਨਹੀਂ ਮਾੜਾ ਹੈਗਾ, ਅਸੀਂ ਮਾੜਾ ਮੰਨਦੇ ਸੀ ਕਿਉਂਕਿ ਸਾਡੇ ਕਲਚਰ ਦੇ ਇਹ ਉਲਟ ਸੀਗਾ। ਠੀਕ ਹੈ ਨਾ ਗੱਲ? ਲੇਕਿਨ ਇਹਨਾਂ ਵਿੱਚ ਚੰਗੀਆਂ ਚੀਜ਼ਾਂ ਬਹੁਤ ਨੇ। ਉਹ ਅਸੀਂ ਚੰਗੀਆਂ ਤੋਂ ਪ੍ਰਭਾਵਿਤ ਹੋ ਕੇ ਤਾਂ ਇੱਥੇ ਆਏ ਹਾਂ।
ਉਹ ਬਹੁਤ ਵਧੀਆ ਨੇ। ਇੱਥੇ ਸਲੀਕੇ ਨਾਲ ਗੱਲ ਕਰਦੇ ਨੇ, ਹਰ ਬੰਦਾ ਤੁਹਾਡੇ ਨਾਲ ਹੱਸ ਕੇ ਗੱਲ ਕਰਦਾ, ਹਰ ਬੰਦਾ ਅਦਬ ਤੇ ਸਤਿਕਾਰ ਨਾਲ ਗੱਲ ਕਰਦਾ। ਇੱਥੇ ਰੂਲਸ ਐਂਡ ਰੈਗੂਲੇਸ਼ਨ ਫਾਲੋ ਕਰਦੇ ਨੇ। ਇੱਥੇ ਤੁਰਨ ਵਾਲਿਆਂ ਦਾ ਸਤਿਕਾਰ ਆ, ਇੱਥੇ ਸੜਕਾਂ ਤੇ ਗੱਡੀਆਂ ਚਲਾਉਣ ਵਾਲਿਆਂ ਦਾ ਸਤਿਕਾਰ ਆ। ਇੱਥੇ ਹਰ ਪੁਲਿਸ ਡਿਪਾਰਟਮੈਂਟ ਆ, ਦੂਸਰੇ ਡਿਪਾਰਟਮੈਂਟ ਸਤਿਕਾਰ ਨਾਲ ਬਣਾਉਂਦੇ ਨੇ। ਇਹ ਚੀਜ਼ਾਂ ਇਹਨਾਂ ਨੂੰ ਤੋਂ ਅਡਾਪਟ ਕਰਨ ਵਾਲੇ, ਇਹ ਤਾਂ ਇਹਨਾਂ ਤੋਂ ਕਰੋ, ਪਰ ਜਿਹੜੀਆਂ ਆਪਦੀਆਂ ਅਮੀਰ ਚੀਜ਼ਾਂ ਨੇ ਉਹ ਨਾ ਛੱਡੋ। ਉਹ ਲੋਕ ਇਹ ਮੈਂ ਸੁਣਿਆ ਸਿੱਖ ਰਹੇ ਨੇ। ਬਹੁਤ ਸਾਰੇ ਇਹਨਾਂ ਵਿੱਚੋਂ ਵੀ ਇਹੋ ਜਿਹੇ ਲੋਕ ਨੇ ਜਿਹੜੇ ਹੁਣ ਪਰਿਵਾਰਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ। ਸੋ ਇਸ ਲਈ ਮੈਂ ਨਹੀਂ ਮੰਨਦਾ ਕੋਈ ਵੈਸਟਰਨ ਕੋਈ ਇਹੋ ਜਿਹੀ ਆਦਤ ਸੀਗੀ ਜਿਹੜੀ ਸਾਨੂੰ ਚੰਗੀ ਨਹੀਂ ਅਪਣਾਉਣੀ ਚਾਹੀਦੀ। ਸਾਨੂੰ ਚੰਗੀਆਂ ਅਪਣਾ ਲੈਣੀਆਂ ਚਾਹੀਦੀਆਂ ਨੇ, ਜਿਹੜੀਆਂ ਸਾਡੇ ਕੋਲ ਚੰਗੇ ਨੇ ਉਹ ਰੱਖ ਲੈਣੀਆਂ ਚਾਹੀਦੀਆਂ ਨੇ। ਦੋਨਾਂ ਨੂੰ ਮਿਲਾ ਕੇ ਚੱਲਣਾ ਚਾਹੀਦਾ ਹੈ। ਤੋ ਇਕੱਲਾ ਇਹ ਨਹੀਂ ਹੈਗਾ ਵੀ ਜੈਸਾ ਦੇਸ਼ ਵੈਸਾ ਵੇਸ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਬਿਲਕੁਲ ਉਹ ਬਣਾ ਕੇ ਕੰਮ ਨਹੀਂ ਚੱਲਣਾ ਆਪਣਾ। ਸੋ ਆਪਾਂ ਆਪਦੇ ਵਿਰਸੇ ਨੂੰ ਨਾ ਭੁੱਲੀਏ ਤੇ ਵਧੀਆ ਇੰਜੋਏ ਕਰੀਏ ਲਾਈਫ। ਜਗਜੀਤ ਜੀ, ਮੈਂ ਇੱਕ ਕੁਐਸਚਨ ਹੋਰ ਤੁਹਾਨੂੰ ਪੁੱਛਣਾ ਚਾਹੂੰਗੀ। ਕਈ ਇੱਥੇ ਆਪਣੇ ਜਿਹੜੇ ਪੰਜਾਬੀ ਹੈਗੇ ਆ ਉਹ ਪੰਜਾਬੀ ਕਹਿਲਾਣਾ ਤਾਂ ਬਹੁਤ ਪਸੰਦ ਕਰਦੇ ਆ, ਜੇ ਵੀ ਗੱਲ ਵੀ ਕਰਦੇ ਆ ਅਸੀਂ ਪੰਜਾਬੀ ਆ, ਲੇਕਿਨ ਬੋਲਣਾ ਕਿਉਂ ਨਹੀਂ ਪਸੰਦ ਕਰਦੇ? ਜੇ ਪੰਜਾਬੀ ਆ ਤਾਂ ਪੰਜਾਬੀ ਭਾਸ਼ਾ ਨੂੰ ਵੀ ਅੱਗੇ ਲੈ ਕੇ ਜਾਓ ਫਿਰ। ਬਿਲਕੁਲ ਜੀ, ਦੇਖੋ ਪੰਜਾਬੀ ਕਹਾਉਣਾ ਤੇ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਨਾ ਦੋਨੇ ਹੀ ਫਖਰ ਦੀਆਂ ਗੱਲਾਂ ਨੇ। ਅਗਰ ਇਸ ਤਰ੍ਹਾਂ ਕਰਦੇ ਨੇ ਤਾਂ ਉਹਨਾਂ ਦੇ ਦਿਮਾਗ 'ਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਪਲੈਕਸ ਹੈ। ਇਹ ਪਿਛਲੇ ਦੌਰ ਦੇ ਵਿੱਚ ਰਿਹਾ ਲੋਕਾਂ ਦੇ ਦਿਮਾਗ 'ਚ, ਇਹ ਹੌਲੀ ਹੌਲੀ ਨਿਕਲਦਾ ਜਾ ਰਿਹਾ। ਇਸ ਨੂੰ ਹੋਰ ਕੱਢ ਦੇਣਾ ਚਾਹੀਦਾ, ਇਹਨੂੰ ਫਕਰ ਨਾਲ ਅਡਾਪਟ ਕਰਨਾ ਚਾਹੀਦਾ। ਤੁਸੀਂ ਜਿਹੜੀਆਂ ਸਟੇਟਸ ਫਰੈਂਚ ਲੈਂਗੁਏਜ ਬੋਲਦੀਆਂ ਨੇ ਤਾਂ ਉੱਥੇ ਜਾ ਕੇ ਦੇਖੋ, ਉਹ ਤੁਹਾਡੇ ਨਾਲ ਫਰੈਂਚ 'ਚ ਗੱਲ ਕਰਨਗੇ, ਤੁਹਾਨੂੰ ਸਮਝ ਆ ਰਹੀ ਆ ਜਾਂ ਨਹੀਂ ਆ ਰਹੀ। ਠੀਕ ਹੈ। ਤੇ ਇਸ ਤਰ੍ਹਾਂ ਇੰਡੀਆ ਦੇ ਵਿੱਚ ਸਾਊਥ ਦੇ ਵਿੱਚ ਸਟੇਟਸ ਨੇ ਉਹ ਆਪਦੀ ਭਾਸ਼ਾ 'ਚ ਤਾਮਿਲ 'ਚ ਗੱਲ ਕਰਦੇ ਨੇ, ਹਿੰਦੀ 'ਚ ਗੱਲ ਨਹੀਂ ਕਰਦੀਆਂ। ਯੂਰਪ ਕੰਟਰੀ 'ਚ ਜਾਓ, ਉਹ ਆਪਦੀ ਲੈਂਗੁਏਜ ਦੇ ਵਿੱਚ ਗੱਲ ਕਰਦਾ। ਹਰ ਦੁਨੀਆ ਦਾ ਬੰਦਾ, ਮੈਂ ਇਹ ਨਹੀਂ ਕਹਿੰਦਾ ਵੀ ਇਕੱਲੀ ਪੰਜਾਬੀ ਨੂੰ ਪਿਆਰ ਕਰੋ, ਮੈਂ ਇਹ ਕਹਿਣਾ ਵੀ ਦੁਨੀਆ ਦੇ ਹਰ ਇੱਕ ਬੰਦੇ ਨੂੰ ਆਪਦੀ ਮਾਤ ਭਾਸ਼ਾ ਨੂੰ ਪਿਆਰ ਕਰਨਾ ਚਾਹੀਦਾ। ਜਿਹੜੀ ਭਾਸ਼ਾ 'ਚ ਤੁਹਾਨੂੰ ਸੁਪਨਾ ਆਉਂਦਾ, ਜਿਹੜੀ ਭਾਸ਼ਾ 'ਚ ਤੁਹਾਡੀ ਮਾਂ ਨੇ ਤੁਹਾਨੂੰ ਲੋਰੀਆਂ ਦਿੱਤੀਆਂ ਸੀ, ਜਿਹੜੀ ਭਾਸ਼ਾ 'ਚ ਤੁਹਾਡੇ ਵਿਆਹ ਦੇ ਗੀਤ ਗਾਏ ਸੀ, ਸੋ ਉਹ ਭਾਸ਼ਾ ਨਹੀਂ ਛੱਡਣੀ ਚਾਹੀਦੀ। ਇਹ ਦੁਨੀਆ ਦਾ ਸਭ ਤੋਂ ਬਦਕਿਸਮਤ ਬੰਦਾ ਮੈਂ ਉਸ ਬੰਦੇ ਨੂੰ ਮੰਨਦਾ ਜਿਹਨੂੰ ਆਪਦੀ ਮਾਤ ਭਾਸ਼ਾ ਤੋਂ ਬਿਨਾਂ ਕਿਸੇ ਹੋਰ ਭਾਸ਼ਾ 'ਚ ਪੜ੍ਹਾਈ ਕਰਨੀ ਪੈਂਦੀ ਹੈ, ਜਿਹਨੂੰ ਆਪਦੇ ਹੋਰ ਭਾਸ਼ਾ ਵਿੱਚ ਵਿਚਾਰ ਪੇਸ਼ ਕਰਨੇ ਪੈਂਦੇ ਨੇ। ਕਿੱਡਾ ਔਖਾ ਕੰਮ ਆ। ਠੀਕ ਹੈ ਨਾ। ਅਸੀਂ ਅੱਜ ਵੀ ਇੱਥੇ ਬੰਦੇ ਜਿੰਨੇ ਪੰਜਾਬੀ ਉੱਧਰ ਪਲੇ ਨੇ, ਅੱਜ ਆ ਕੇ ਜਿੰਨੇ ਮਰਜ਼ੀ ਇੰਗਲਿਸ਼ 'ਚ ਗੱਲ ਕਰ ਲੈਣ, ਜਿੰਨਾ ਮਰਜ਼ੀ ਸਟਾਈਲ ਨਾਲ ਗੱਲ ਕਰ ਲੈਣ, ਲੇਕਿਨ ਮੈਂ ਨਹੀਂ ਮੰਨਦਾ ਵੀ ਉਹ ਆਪਦੇ ਖੁੱਲ੍ਹ ਕੇ ਭਾਵ ਨੇ ਜਿਹੜੇ ਉਹ ਦੂਜੇ ਸਾਹਮਣੇ ਪ੍ਰਗਟ ਕਰ ਦਿੰਦੇ ਨੇ। ਜਦੋਂ ਹੀ ਉਹਨਾਂ ਨੂੰ ਮੌਕਾ ਮਿਲਦਾ ਅਲੱਗ ਕਮਰੇ ਦੇ ਵਿੱਚ, ਤਾਂ ਉਹ ਜਦੋਂ ਪੰਜਾਬੀ ਮਿਲਦਾ, ਜੋ ਖੁੱਲ੍ਹ ਕੇ ਹਾਸਾ ਠੱਠਾ ਨਿਕਲਦਾ, ਜੋ ਖੁੱਲ੍ਹ ਕੇ ਵਿਚਾਰ ਨਿਕਲਦੇ ਨੇ, ਬਿਨਾਂ ਸੋਚੇ ਨਿਕਲਦੇ ਨੇ, ਉਹੀ ਜ਼ਿੰਦਗੀ ਦਾ ਆਨੰਦ ਹੈ। ਸੋ ਇਸ ਲਈ ਆਪਦੀ ਮਾਂ ਤੋਂ ਰੁੱਸ ਕੇ, ਠੀਕ ਹੈ ਨਾ, ਮਾਂ ਨੂੰ ਪਰਦੇ 'ਚ ਰੱਖ ਕੇ ਅੱਗੇ ਵਧਣਾ ਕੋਈ ਬਹੁਤੀ ਮੈਂ ਤਰੱਕੀ ਨਹੀਂ ਸਮਝਦਾ। ਤੁਸੀਂ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਹੈਗੀ, ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਹੈ। ਮੈਨੂੰ ਲੱਗਦਾ ਜਿਹੜੇ ਪੰਜਾਬੀ ਕਹਿੰਦੇ ਆ ਨਾ ਕਿ ਅਸੀਂ ਪੰਜਾਬੀ ਬੋਲਣਾ ਸਾਨੂੰ ਚੰਗਾ ਨਹੀਂ ਲੱਗਦਾ, ਜਾਂ ਆਪਾਂ ਗੋਰਿਆਂ ਦੇ ਨਾਲ ਸਿਰਫ ਇੰਗਲਿਸ਼ ਬੋਲਣੀ ਆ, ਮੈਨੂੰ ਲੱਗਦਾ ਤੁਹਾਡਾ ਸੁਨੇਹਾ ਜੇ ਉਹ ਤਾਂ ਉਹਨਾਂ ਤੱਕ ਪਹੁੰਚ ਜਾਓਗੇ, ਸ਼ਾਇਦ ਉਹਨਾਂ ਦੇ ਅੰਦਰੋਂ ਅੰਦਰੂਨੀ ਆਤਮਾ ਜਾਗ ਜਾਵੇ ਤੇ ਉਹ ਕਹਿਣ ਕਿ ਨਹੀਂ, ਸਾਡਾ ਪੰਜਾਬ ਆ ਤੇ ਸਾਨੂੰ ਪੰਜਾਬੀ ਬਹੁਤ ਫਖਰ ਦੇ ਨਾਲ ਬੋਲਣੀ ਚਾਹੂਗੀ। ਕੀ ਮੈਸੇਜ ਦੇਣਾ ਚਾਹੋਗੇ? ਮੈਂ ਤਾਂ ਜੀ ਇਹ ਮੈਸੇਜ ਦੇਣਾ ਚਾਹੁੰਦਾ ਵੀ ਜਦੋਂ ਮੈਂ ਪੰਜਾਬ ਤੋਂ ਆਇਆ ਸੀ ਉਦੋਂ ਹੋਰ ਵਿਚਾਰ ਲੈ ਕੇ ਆਇਆ ਸੀ ਤੇ ਹੁਣ ਹੋਰ ਵਿਚਾਰ ਲੈ ਕੇ ਜਾ ਰਿਹਾ। ਜਿਹੜੀਆਂ ਤੁਹਾਡੇ ਕੋਲ ਇੱਥੇ ਗੱਲਾਂ ਪਹੁੰਚ ਰਹੀਆਂ ਨੇ ਵੀ ਉੱਥੇ ਬਹੁਤ ਘਰ ਘਰ ਨਸ਼ਾ ਤੁਰਿਆ ਫਿਰਦਾ ਹੈ, ਉੱਥੇ ਘਰ ਘਰ ਤੁਹਾਨੂੰ ਐਂ ਲੱਗੀ ਜਾਂਦਾ ਵੀ ਗੋਲੀਆਂ ਚੱਲ ਰਹੀਆਂ ਨੇ, ਇਹੋ ਜਿਹਾ ਕੁਛ ਨਹੀਂ ਹੈਗਾ। ਉਹੋ ਜਿਹਾ ਕ੍ਰਾਈਮ ਇੱਥੇ ਵੀ ਆ, ਉਦੋਂ ਵੱਧ ਆ ਇੱਥੇ। ਠੀਕ ਹੈ ਨਾ। ਨਸ਼ਾ ਇੱਥੇ ਵੱਧ ਹੈ, ਕ੍ਰਾਈਮ ਹੋਰ ਤਰ੍ਹਾਂ ਦਾ ਵੱਧ ਹੈ। ਇਹ ਦੁਨੀਆ ਦਾ ਕੋਈ ਇਹੋ ਜਿਹਾ ਖਿੱਤਾ ਨਹੀਂ ਜਿੱਥੋਂ ਜ਼ਿੰਦਗੀ ਚੱਲਦੀ ਆ ਤੇ ਇਹ ਚੀਜ਼ਾਂ ਵਾਪਰਨ ਨਾ। ਹਾਂ, ਅੱਗੇ ਸਰਕਾਰਾਂ ਨੇ ਕੰਟਰੋਲ ਕਰਨਾ ਹੁੰਦਾ। ਮੈਂ ਤਾਂ ਇਹੀ ਸੁਨੇਹਾ ਦੇਵਾਂਗਾ ਪੰਜਾਬੀਆਂ ਨੂੰ ਵੀ ਅਰਦਾਸ ਕਰਿਆ ਕਰੋ, ਤੁਹਾਡਾ ਦੇਸ਼, ਤੁਹਾਡਾ ਪੰਜਾਬ ਇੰਨੀ ਤਰੱਕੀ ਕਰੇ, ਇੰਨਾ ਖੁਸ਼ਹਾਲ ਹੋਵੇ ਵੀ ਤੁਸੀਂ ਇੱਥੋਂ ਜਿਵੇਂ ਵੀਜ਼ੇ ਲੈ ਕੇ ਇੱਧਰ ਨੂੰ ਆਏ ਸੀ, ਐਵੇਂ ਵੀਜ਼ੇ ਲੈ ਕੇ ਤੁਸੀਂ ਵਾਪਸ ਮੁੜੋ ਆਪਦੀ ਧਰਤੀ ਨੂੰ। ਸੋ ਇਸ ਅਰਦਾਸਾਂ ਦੇ ਨਾਲ ਹੀ ਮਤਲਬ ਆਪਣੀ ਜ਼ਿੰਦਗੀ ਸੁਧਰਨੀ ਆ। ਬਾਕੀ ਤੁਸੀਂ ਇੱਥੇ ਆ ਕੇ ਆਪਦੇ ਝੰਡੇ ਗੱਡੇ ਨੇ, ਮਿਹਨਤ ਦੇ ਥਾਂ ਥਾਂ 'ਤੇ ਤੁਹਾਡਾ ਨਾਂ ਹੈ ਪੰਜਾਬੀਆਂ ਦਾ, ਹਰ ਗੱਲ 'ਚ ਪੋਜ਼ਿਟਿਵਿਟੀ ਦੇ ਨਾਂ, ਤੇ ਉਸ ਨੂੰ ਆਪਾਂ ਬਣਾਈ ਰੱਖਣਾ ਤੇ ਕੋਈ ਇਹੋ ਜਿਹਾ ਕੰਮ ਨਾ ਕਰੀਏ ਜਿਹੜਾ ਸਾਡਾ ਦੇਸ਼ ਤੇ ਕੌਮ ਨੂੰ ਕਲੰਕਿਤ ਕਰੇ। ਇਸ ਇੰਟਰਵਿਊ ਦਾ ਅੰਤ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਇੱਕ ਆਖਰੀ ਕੁਐਸਚਨ ਤੁਹਾਨੂੰ ਪੁੱਛਣਾ। ਤੁਸੀਂ ਸੁਨੇਹਾ ਤਾਂ ਸਾਨੂੰ ਸਾਰਿਆਂ ਨੂੰ ਦੇ ਦਿੱਤਾ, ਪੰਜਾਬੀਆਂ ਨੂੰ ਖਾਸ ਕਰ ਦੇ ਦਿੱਤਾ ਵੀ ਪੰਜਾਬੀ ਭਾਸ਼ਾ ਨੂੰ ਜ਼ਰੂਰ ਆਪਣੇ ਸੀਨੇ ਦੇ ਨਾਲ ਲਗਾ ਕੇ ਰੱਖੋ, ਮਾਣ ਦੇ ਨਾਲ ਬੋਲੋ ਕਿਉਂਕਿ ਸਾਡੀ ਮਾਂ ਬੋਲੀ ਆ। ਉਹਦੇ ਨਾਲ ਨਾਲ ਜਿਹੜੇ ਲੋਕ ਵਿਰੋਧੀ ਨੇ, ਕਈ ਲੋਕ ਹੁੰਦੇ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦੀ, ਕਈ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਪੰਜਾਬੀ ਜਿਹੜੀ ਭਾਸ਼ਾ ਹੈਗੀ ਬਹੁਤ ਜਲਦੀ ਅਲੋਪ ਹੋ ਜਾਣੀ ਆ, ਖਤਮ ਹੋ ਜਾਣੀ ਆ। ਉਹਨਾਂ ਲੋਕਾਂ ਨੂੰ ਤੁਸੀਂ ਇੱਕ ਕਿਆ ਮੈਸੇਜ ਦੇਣਾ ਚਾਹੋਗੇ? ਦੇਖੋ, ਜਿਹੜਾ ਇਹ ਅਮੀਰ ਭਾਸ਼ਾ ਨਾ, ਇਹ ਕੋਈ ਐਵੇਂ ਦੀ ਭਾਸ਼ਾ ਨਹੀਂ ਹੈਗੀ। ਇਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਆ, ਇਹਦੇ ਪਿੱਛੇ ਬਹੁਤ ਵੱਡੀਆਂ ਕੁਰਬਾਨੀਆਂ ਨੇ। ਠੀਕ ਹੈ ਨਾ ਗੱਲ। ਇਹ ਜਿਵੇਂ ਕੋਹੇ-ਨੂਰ ਨੂੰ ਕੋਈ ਛੁਪਾ ਨਹੀਂ ਸਕਦਾ, ਕੋਈ ਹੀਰੇ ਨੂੰ ਲੁਕੋ ਨਹੀਂ ਸਕਦਾ। ਇਹ ਕਦੇ ਅਲੋਪ ਹੋਣ ਵਾਲੀ ਚੀਜ਼ ਨਹੀਂ ਹੈ, ਤਾਂ ਉੱਭਰ ਕੇ ਆਊਗੀ, ਆਪਦਾ ਇਤਿਹਾਸ ਦੁਹਰਾਊਗੀ। ਇਹ ਨਹੀਂ ਹੋ ਸਕਦਾ।
ਬਾਕੀ ਰਹੀ ਗੱਲ, ਮੈਂ ਤਾਂ ਇਸ ਹੱਕ 'ਚ ਵੀ ਨਹੀਂ ਹੈਗਾ ਵੀ ਜਿਹੜਾ ਆਪਾਂ ਗੱਲ ਕਹਿੰਦੇ ਹਾਂ ਪੰਜਾਬੀ ਨੂੰ ਬਚਾਉਣਾ ਚਾਹੀਦਾ। ਜਿਹੜੀ ਜਾਨਦਾਰ ਭਾਸ਼ਾ ਹੋਊਗੀ, ਕਦੇ ਤੁਸੀਂ ਸੁਣਿਆ ਵੀ ਕਦੇ ਕੋਈ ਸੈਮੀਨਾਰ ਹੋ ਰਿਹਾ ਵੀ ਇੰਗਲਿਸ਼ ਭਾਸ਼ਾ ਨੂੰ ਬਚਾਓ? ਠੀਕ ਹੈ ਜੀ ਗੱਲ। ਇਹ ਸੈਮੀਨਾਰ ਕਿਉਂ ਨਹੀਂ ਹੁੰਦੇ? ਕਿਉਂਕਿ ਉਹ ਜਾਨਦਾਰ ਭਾਸ਼ਾ ਬਣ ਚੁੱਕੀ ਹੈ, ਲੋਕਾਂ ਨੂੰ ਰੋਜੀ ਰੋਟੀ ਦਿੰਦੀ ਹੈ, ਲੋਕਾਂ ਦੇ ਕੰਮ ਆਉਂਦੀ ਹੈ। ਇਸ ਲਈ ਆਪਾਂ ਇਸ ਦੀ ਬਜਾਏ ਪੰਜਾਬੀ ਬਚਾਓ ਦੀ ਥਾਂ ਤੇ ਆਪਾਂ ਪੰਜਾਬੀ ਅਪਣਾਓ ਦਾ ਨਾਅਰਾ ਦਈਏ। ਇਹਨੂੰ ਅਸੀਂ ਅਪਣਾਈਏ ਤੇ ਅਪਣਾਉਣ ਦੇ ਨਾਲ ਇਹਨੂੰ ਰੁਜ਼ਗਾਰ 'ਚ ਵਰਤੋਂ ਵਿੱਚ ਲਿਆਈਏ। ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸਾਡੀ ਗੁਰਬਾਣੀ 'ਚ ਲਿਖਿਆ ਹੈ, ਜਿਹਦਾ ਵਿਚਾਰ ਕਰਾਂਗੇ ਕਹਿੰਦੇ ਤਾਂ ਪਰਉਪਕਾਰ ਕਰਦੀ ਆ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਜੇ ਇਹਨੂੰ ਇਸਤੇਮਾਲ ਕਰੋਗੇ ਤੁਹਾਨੂੰ ਇਹ ਫਾਇਦੇ ਹੀ ਫਾਇਦੇ ਦੇਊਗੀ, ਇਹਦਾ ਨੁਕਸਾਨ ਕੋਈ ਨਹੀਂ ਹੈਗਾ। ਸੋ ਇਸ ਲਈ ਇਹ ਵਿਰੋਧੀਆਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹ ਜਿਹਾ, ਇਹਨਾਂ 'ਚ ਕੋਈ ਤੰਤ ਨਹੀਂ ਹੈਗਾ। ਤੋ ਮੈਂ ਤਾਂ ਇਹੀ ਗੱਲ ਕਹੂੰਗਾ ਵੀ ਇਹ ਭਾਸ਼ਾ ਅਮੀਰ ਭਾਸ਼ਾ, ਇਹ ਸਾਰੇ ਦੁਨੀਆ 'ਚ ਪ੍ਰਸਾਰ ਹੋਊਗਾ ਇਹਦਾ, ਇਹ ਲੁਕਣ ਵਾਲੀ ਭਾਸ਼ਾ ਨਹੀਂ ਹੈ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਅੱਜ ਜਿਹੜਾ ਤੁਸੀਂ ਇੰਟਰਵਿਊ ਕੀਤਾ, ਬਹੁਤ ਸਾਰਾ ਮਤਲਬ ਬਹੁਤ ਜ਼ਿਆਦਾ ਜਾਣਕਾਰੀ ਜਿਹੜੀ ਤੁਸੀਂ ਪ੍ਰਦਾਨ ਕੀਤੀ ਹੈਗੀ ਆ। ਮੈਨੂੰ ਲੱਗਦਾ ਕਿ ਤੁਹਾਡਾ ਇੰਟਰਵਿਊ ਅਗਰ ਯੰਗਸਟਰਸ ਦੇ ਵਿੱਚ ਚਲਾ ਜਾਵੇ ਤਾਂ ਉਹਨਾਂ ਨੂੰ ਕੁਛ ਨਾ ਕੁਛ ਤਾਂ ਸਿੱਖਣ ਨੂੰ ਜ਼ਰੂਰ ਮਿਲੇਗਾ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਏਸੀ ਡਾਕਟਰ ਜਗਜੀਤ ਸਿੰਘ ਧੂਰੀ ਜੀ, ਜੋ ਇਸ ਸਮੇਂ ਜਿਹੜੇ ਹੈਗੇ ਕੈਨੇਡਾ ਦੌਰੇ ਤੇ ਆਏ ਹੋਏ ਸੀ, ਉਹਨਾਂ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਵੀ ਜਿਹੜਾ ਹਿੱਸਾ ਲਿਆ ਗਿਆ, ਉਹ ਤੋਂ ਬਾਅਦ ਵੀ ਕਈ ਇਵੈਂਟਸ ਤੇ ਉਹ ਪਹੁੰਚੇ ਹੋਏ ਸਨ ਤੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਮੁਲਾਕਾਤ ਕਰਦੇ ਰਵਾਂਗੇ। ਉਹਨਾਂ ਨੇ ਸਾਨੂੰ ਵਾਅਦਾ ਵੀ ਕੀਤਾ ਹੈ ਕਿ ਅਕਤੂਬਰ ਦੇ ਵਿੱਚ ਉਹ ਮੁੜ ਕੈਨੇਡਾ ਦਾ ਦੌਰਾ ਕਰਨਗੇ। ਉਸ ਵਕਤ ਵੀ ਇਦਾਂ ਦੇ ਵੱਡੇ ਜਿਹੜੀ ਇੰਨੀ ਵੱਡੀ ਸ਼ਖਸੀਅਤ ਹੁੰਦੀ ਹੈ ਉਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ, ਜਿਨ੍ਹਾਂ ਵੱਲੋਂ ਇੰਨਾ ਜਿਹੜਾ ਯੋਗਦਾਨ ਪਾਇਆ ਜਾ ਰਿਹਾ ਪੰਜਾਬੀ ਭਾਸ਼ਾ ਨੂੰ, ਆਪਣੀ ਮਾਂ ਬੋਲੀ ਨੂੰ ਅੱਗੇ ਵਧਾਉਣ ਲਈ। ਸਾਡੀ ਪੰਜਾਬੀ ਜਿਹੜੀ ਭਾਸ਼ਾ ਹੈਗੀ ਆ ਬਹੁਤ ਪ੍ਰਫੁੱਲਿਤ ਹੈ, ਅੱਗੇ ਵਧ ਰਹੀ ਆ, ਇਹਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ। ਅਸੀਂ ਪੰਜਾਬੀਆਂ, ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਪੰਜਾਬੀਆਂ ਤੇ ਕਿਤੇ ਵੀ ਕੰਮ ਕਰੋ, ਕਿਸੇ ਵੀ এনवायरमेंट ਦੇ ਵਿੱਚ ਕੰਮ ਕਰੋ, ਉਸ ਭਾਸ਼ਾ ਨੂੰ ਜ਼ਰੂਰ ਅਡਾਪਟ ਕਰੋ। ਇਹ ਨਹੀਂ ਕਹਿੰਦੇ ਕਿ ਉਹ ਭਾਸ਼ਾ ਗਲਤ ਆ, ਲੇਕਿਨ ਆਪਣੀ ਜਿਹੜੀ ਭਾਸ਼ਾ ਹੈਗੀ ਆ ਉਹਨੂੰ ਜ਼ਰੂਰ ਆਪਣੇ ਦੇ ਵਿੱਚ ਜ਼ਿੰਦਾ ਰੱਖੋ, ਕਿਉਂਕਿ ਤੁਹਾਡੇ ਮਾਪੇ ਨੇ, ਤੁਹਾਡੀ ਅੱਗੇ ਜਿਹੜੀ ਜਨਰੇਸ਼ਨ ਵੀ ਹੋਣੀ ਆ, ਉਹਨਾਂ ਨੂੰ ਤੁਸੀਂ ਆਪਣੀ ਭਾਸ਼ਾ ਦੇਣੀ ਆ। ਜਿਹੜੀ ਆਲਰੇਡੀ ਤੁਹਾਡੀ ਭਾਸ਼ਾ ਹੈਗੀ ਆ, ਜੇ ਤੁਸੀਂ ਉਹੀ ਨਹੀਂ ਦੋਗੇ ਤਾਂ ਮੈਨੂੰ ਨਹੀਂ ਲੱਗਦਾ ਅੱਗੇ ਜਾ ਕੇ ਤੁਹਾਡੀ ਜਨਰੇਸ਼ਨ, ਜਿਹੜੇ ਤੁਹਾਡੇ ਬੱਚੇ ਹੋਣਗੇ ਜਾਂ ਤੁਹਾਡੇ ਅੱਗੇ ਜਾ ਕੇ ਜੋ ਵੀ ਦੋਸਤ ਹੋਣਗੇ, ਉਹ ਉਸ ਭਾਸ਼ਾ ਨੂੰ ਅੱਗੇ ਲੈ ਕੇ ਜਾਣਗੇ। ਤੇ ਇਸੇ ਨਾਲ ਇਸ ਇੰਟਰਵਿਊ ਦਾ ਅਸੀਂ ਅੰਤ ਕਰਦੇ ਹਾਂ ਤੇ ਜਗਜੀਤ ਸਿੰਘ ਨੂੰ ਵੀ ਕਹਿੰਦੇ ਆ ਵੀ ਤੁਸੀਂ ਜਲਦੀ ਜ਼ਰੂਰ ਆਇਓ ਤੇ ਇੱਕ ਨਵੇਂ ਮਤਲਬ ਟੌਪਿਕ ਦੇ ਨਾਲ ਆਇਓ, ਤਾਂ ਕਿ ਆਪਾਂ ਉਹਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਗੱਲਬਾਤ ਕਰੀਏ ਤੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਈਏ। ਜੀ, ਉਹਦੇ ਵਿੱਚ ਇਹ ਹੈ ਜੀ ਵੀ ਜਦੋਂ ਨੈਕਸਟ ਟਾਈਮ ਆਊਂਗਾ, ਮੈਂ ਇੱਕ ਕੰਮ ਕਰ ਰਿਹਾ ਪੰਜਾਬੀ ਪਾਠ ਪੁਸਤਕਾਂ ਤੇ ਕੰਮ ਕਰ ਰਿਹਾ, ਪਾਠ ਪੁਸਤਕਾਂ ਲਿਖ ਰਿਹਾ। ਪਿਛਲੇ ਸਾਲ ਵੀ ਮੈਂ ਲਿਖੀਆਂ ਨੇ, ਮੋਹ ਦੀਆਂ ਤੰਦਾਂ ਦੇ ਨਾਂ ਸਿਰਲੇਖ ਹੇਠ, ਜਿਹਦੇ ਵਿੱਚ ਮੈਂ ਪੰਜਾਬ ਦੇ ਗੁਰੂ ਸਾਹਿਬਾਨਾਂ ਦਾ ਫਲਸਫਾ, ਪੰਜਾਬ ਦੇ ਨਹੀਂ ਕਹੂੰਗਾ ਜਗਤ ਗੁਰੂਆਂ ਦਾ ਫਲਸਫਾ, ਤੇ ਉਸ ਦੇ ਨਾਲ ਹੀ ਜਿਹੜੇ ਯੋਧੇ ਹੋਏ ਨੇ ਉਹਨਾਂ ਦਾ ਫਲਸਫਾ, ਨਵੀਆਂ ਕਦਰਾਂ ਕੀਮਤਾਂ ਨਵੇਂ ਤਰੀਕੇ ਨਾਲ ਉਹ ਲੈ ਕੇ ਆਊਂਗਾ ਤੁਹਾਡੇ ਕੋਲ। ਤੇ ਇੱਥੇ ਜਿਹੜਾ ਹੈਗਾ ਜਿੱਥੇ ਜਿੱਥੇ ਮੈਨੂੰ ਮਹਿਸੂਸ ਹੋਇਆ ਮੈਂ ਉਹ ਡਿਸਟ੍ਰੀਬਿਊਟ ਵੀ ਕਰੂੰਗਾ, ਤਾਂ ਕਿ ਜਿਹੜਾ ਸੁਨੇਹਾ ਸਾਰੇ ਉਸ ਦੇ ਵਿੱਚ ਪਹੁੰਚ ਸਕੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ।